ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਆਪਾਂ ਜੋ ਪਾਵਨ ਬਾਣੀ ਇਤਿਹਾਸਕ ਦਿਹਾੜਿਆਂ ਦੀ ਵਿਚਾਰ ਸਾਂਝੀ ਕਰਦੇ ਹਾਂ। ਅੱਜ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਜੋ ਪੁਰਬ ਹੈ ਉਸ ਪਾਵਨ ਇਤਿਹਾਸ ਦੀ ਸਾਂਝ ਪਾਉਣੀ ਹੈ। ਕਰੋ ਕਿਰਪਾ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਸਤਿਗੁਰਾਂ ਦਾ ਜੋ ਪ੍ਰਕਾਸ਼ ਹੈ ਉਹ ਚੂਨਾ ਮੰਡੀ ਲਾਹੌਰ ਦਾ ਹੈ ਔਰ ਮਹਾਰਾਜ ਗੁਰੂ ਰਾਮਦਾਸ ਜੀ ਇਸ ਸੰਸਾਰ ਤੇ ਇਸ ਜਗਤ ਤੇ ਸਰੀਰ ਕਰਕੇ ਸਤਿਗੁਰਾਂ ਦੀ ਜਿਹੜੀ ਆਮਦ ਹੈ ਉਹ 1534 ਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਲਾਹੌਰ ਦੀ ਧਰਤੀ ਤੋਂ ਬਾਅਦ ਜਦੋਂ 1541 ਵਿੱਚ ਲਗਭਗ 7 ਸਾਲ ਦੀ ਉਮਰਾਂ ਵਿੱਚ ਬਾਸਰਕੇ ਦੀ ਧਰਤੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉਹੀ ਗੁਰੂ ਰਾਮਦਾਸ ਜੀ ਦਾ ਨਾਨਕਾ ਨਗਰ ਹੈ। ਕਿਉਂਕਿ 7 ਸਾਲ ਦੀ ਉਮਰਾਂ ਤੱਕ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦੋਨੋਂ ਅਕਾਲ ਚਲਾਣਾ ਕਰ ਗਏ ਤਾਂ ਨਾਨੀ ਨੇ ਆਪਣੇ ਕੋਲ ਲੈ ਆਂਦੇ। ਉੱਥੇ ਉਹਨਾਂ ਨੇ ਜੋ ਕਾਰ ਘੁੰਗਣੀਆਂ ਵੇਚਣ ਦੀ ਕਾਰ ਉਹਨਾਂ ਨੇ ਕੰਮ ਕਿਰਤ ਲਾਹੌਰ ਦੀ ਧਰਤੀ 'ਤੇ ਵੀ ਕੀਤਾ, ਬਾਸਰਕੇ ਵੀ ਕੀਤਾ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਸ ਵਕਤ ਬਾਸਰਕੇ ਦੀ ਧਰਤੀ 'ਤੇ ਆਏ ਹੈ ਉਸ ਵਕਤ ਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਵਿੱਚ ਨੇ। ਲਗਭਗ ਥੋੜ੍ਹਾ ਜਿਹਾ ਸਮੇਂ ਦਾ ਫਰਕ ਪੈਂਦਾ, ਉਹ ਪਹਿਲਾਂ ਥੋੜ੍ਹਾ ਜਿਹਾ ਗਏ ਨੇ, ਨਗਰ ਆਏ ਸਨ। ਉਹਨਾਂ ਦੀ ਨਜ਼ਰ ਗੁਰੂ ਰਾਮਦਾਸ ਜੀ 'ਤੇ ਪਈ ਹੈ। ਉਹਨਾਂ ਨੇ ਜਿੱਥੇ ਉਹਨਾਂ ਨੂੰ ਪਿਆਰ ਦਿੱਤਾ, ਸਤਿਕਾਰਿਆ, ਉੱਥੇ ਜਦੋਂ 1552 ਵਿੱਚ ਗੁਰੂ ਅਮਰਦਾਸ ਜੀ ਤਖਤ 'ਤੇ ਬੈਠੇ ਅਤੇ ਗੋਇੰਦਵਾਲ ਸਾਹਿਬ ਉਹਨਾਂ ਟਿਕਾਣਾ ਕੀਤਾ। ਆਪਣੇ ਪਰਿਵਾਰ ਨੂੰ ਜਿੱਥੇ ਲੈ ਗਏ ਉੱਥੇ ਬਾਬਾ ਜੇਠਾ ਜੀ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਨੂੰ ਵੀ ਉੱਥੇ ਨਾਲ ਉਹਨਾਂ ਨੇ ਜਾਣ ਵਾਸਤੇ ਆਖਿਆ। ਉੱਥੇ ਵੀ ਘੁੰਗਣੀਆਂ ਦੀ ਕਾਰ ਕਰਦੇ, ਸੇਵਾ ਕਰਦੇ ਔਰ ਸਮਾਂ ਆਇਆ 1574 ਦਾ। 1574 ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤਖਤ ਦੇ ਮਾਲਕ ਬਣਦੇ ਆ। ਹੁਣ ਇਹ ਧਿਆਨ ਕਰਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1552 ਤੋਂ ਲੈ ਕੇ 1574 ਤੱਕ ਲਗਭਗ 22 ਸਾਲ ਦਾ ਸਮਾਂ ਬਣਦਾ। ਇਹ ਉਹਨਾਂ ਨੇ ਸੇਵਾ ਕੀਤੀ ਆ, ਕਾਰ ਕਮਾਈ ਆ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਇੱਕ ਬੜੀ ਲੰਬੀ ਘਾਲਣਾ ਹੈ। ਫਿਰ ਉਹਨਾਂ ਨੂੰ ਤਖਤ ਦੀ ਇਹ ਦਾਤ ਜਿਹੜੀ ਪ੍ਰਾਪਤ ਹੋਈ, ਤਖਤ 'ਤੇ ਬੈਠ ਕੇ ਮਹਾਰਾਜ ਜੀ ਨੇ 30 ਰਾਗਾਂ 'ਚ ਗੁਰਬਾਣੀ ਉਚਾਰਨ ਕੀਤੀ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਗੁਰਬਾਣੀ ਉਚਾਰਨ ਕਰਕੇ ਜਿੱਥੇ ਲਾਵਾਂ ਦਾ ਉਪਦੇਸ਼ ਸਾਨੂੰ ਸੂਈ ਰਾਗ ਵਿੱਚ ਦਿੱਤਾ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਨਾਲੋਂ ਜ਼ਿਆਦੀਆਂ, ਕਿਉਂਕਿ ਕੁੱਲ 22 ਵਾਰਾਂ ਨੇ,
22 ਵਾਰਾਂ ਦੇ ਵਿੱਚੋਂ 8 ਵਾਰਾਂ ਗੁਰੂ ਰਾਮਦਾਸ ਜੀ ਦੀਆਂ, ਸਭ ਨਾਲੋਂ ਜ਼ਿਆਦਾ ਉਹਨਾਂ ਦੀਆਂ ਉਚਾਰਨ ਕੀਤੀਆਂ ਵਾਰਾਂ ਨੇ। 3 ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ, 4 ਗੁਰੂ ਅਮਰਦਾਸ ਮਹਾਰਾਜ ਦੀਆਂ, 8 ਗੁਰੂ ਰਾਮਦਾਸ ਜੀ ਦੀਆਂ ਤੇ 6 ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ। 1 ਵਾਰ ਬਾਬੇ ਸੱਤੇ ਬਲਵੰਡ ਦੀ ਹੈ। ਟੋਟਲ 22 ਨੇ। 22 ਵਿੱਚੋਂ 2 ਪੌੜੀਆਂ ਰੂਪ ਵਿੱਚ ਨੇ, ਬਾਬੇ ਸੱਤੇ ਬਲਵੰਡ ਦੀ ਵਾਰ ਤੇ ਬਸੰਤ ਕੀ ਵਾਰ, ਤੇ 22 ਵਿੱਚੋਂ 9 ਹੈ ਜਿਨ੍ਹਾਂ ਉੱਤੇ ਧੁਨੀਆਂ ਚੜ੍ਹੀਆਂ ਹੋਈਆਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਤਖਤ ਤੇ ਬੈਠ ਕਰਕੇ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਮੁਤਾਬਕ ਅੰਮ੍ਰਿਤਸਰ ਸਾਹਿਬ, ਜਿਹਨੂੰ ਚੱਕ ਰਾਮਦਾਸ ਵੀ ਕਿਹਾ ਜਾਂਦਾ, ਉਸ ਧਰਤ ਨੂੰ ਵਸਾਉਣ ਦਾ ਕਾਰਜ ਆਰੰਭ ਕੀਤਾ। ਸਰੋਵਰਾਂ ਦੀ ਖੁਦਾਈ ਆਰੰਭ ਹੋਈ। ਦੁੱਖ ਭੰਜਣੀ ਬੇਰੀ ਸਾਹਿਬ ਵਾਲੇ ਸਥਾਨ ਤੇ ਖੁਦਾਈ ਸ਼ੁਰੂ ਹੋਈ ਤੇ ਸੰਤੋਖਸਰ ਸਾਹਿਬ ਦੀ। ਅਕਾਲ ਤਖਤ ਸਾਹਿਬ ਤੇ ਅਜੇ ਹੈ ਨਹੀਂ ਸੀ। ਜਿੱਥੇ ਅੱਜ ਆਪਾਂ ਕੋਠਾ ਸਾਹਿਬ ਦੇ ਦਰਸ਼ਨ ਕਰਦੇ ਹਾਂ, ਪਹਿਲਾਂ ਇਹ ਕੇਵਲ ਇਹੋ ਹੀ ਇੱਕ ਕਮਰਾ ਸੀ ਇੱਥੇ, ਜਿਹਨੂੰ ਸਤਿਕਾਰ ਨਾਲ ਗੁਰੂ ਕੇ ਸਿੱਖ ਕੱਲਾ ਕੋਠਾ ਨਹੀਂ, ਕੋਠਾ ਸਾਹਿਬ ਕਹਿੰਦੇ ਸਨ। ਇੱਥੇ ਮਹਾਰਾਜ ਰੁਕ ਕੇ ਪਰਿਵਾਰ ਗੋਇੰਦਵਾਲ ਸਾਹਿਬ ਹੀ ਅਜੇ ਰਹਿੰਦਾ ਸੀ। ਇੱਥੇ ਮਹਾਰਾਜ ਬੈਠ ਕੇ ਸੇਵਾ ਕਰਾਉਂਦੇ। ਬਾਅਦ 'ਚ ਪਰਿਵਾਰ ਜਿਹੜਾ ਫਿਰ ਗੁਰੂ ਕੇ ਮਹਿਲ ਅਸਥਾਨ, ਇੱਥੇ ਸੇਵਾ ਕਰਾਉਂਦੇ। ਔਰ ਸਮਾਂ ਬਣਿਆ, ਮਹਾਰਾਜ ਗੁਰੂ ਰਾਮਦਾਸ ਜੀ ਦੇ ਘਰ 3 ਸਪੁੱਤਰਾਂ ਦਾ ਜਨਮ ਹੋਇਆ। ਸਭ ਨਾਲੋਂ ਪਹਿਲਾਂ ਬਾਬਾ ਪਿਰਥੀ ਚੰਦ ਦੂਸਰੀ ਥਾਂ ਤੇ, ਬਾਬਾ ਮਹਾਂਦੇਵ ਜੀ ਤੀਸਰੀ ਥਾਂ ਤੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਤੋ ਜਦੋਂ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ 1563 ਦਾ, ਉਹਨਾਂ ਨੂੰ 11 ਸਾਲ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਣ ਦਾ ਸੰਕਲਪ ਕੀਤਾ, ਵਿਚਾਰ ਕੀਤੀ, ਉਹਦੇ ਤੋਂ ਪਹਿਲਾਂ ਇੱਕ ਕਸਵੱਟੀ ਲਾਈ ਆ ਵੀ ਗੁਰਤਾ ਗੱਦੀ ਕਿਹਨੂੰ ਦੇਣੀ ਹੈ। ਹੁਣ ਇਹ ਧਿਆਨ ਜ਼ਰੂਰ ਕਰਨਾ ਕਿ ਗੁਰੂ ਘਰ ਵਿੱਚ ਭਾਵੇਂ ਕੋਈ ਰਿਸ਼ਤੇਦਾਰ ਸੀ ਤੇ ਭਾਵੇਂ ਪੁੱਤਰ ਸੀ, ਕਦੇ ਵੀ ਕਿਸੇ ਨੂੰ ਇਹ ਗ੍ਰੇਸ, ਇਸ ਕਰਕੇ ਗ੍ਰੇਸ ਨਹੀਂ ਮਿਲੀ, ਢਿੱਲ ਨਹੀਂ ਮਿਲੀ ਕਿ ਰਿਸ਼ਤੇਦਾਰ ਚਲੋ ਇਹਨੂੰ ਐਡੀ ਕਸਵੱਟੀ ਕਿਉਂ ਲਾਉਣੀ ਹੈ, ਜਾਂ ਇਹ ਭਾਈ ਆਪਣੇ ਪਰਿਵਾਰ 'ਚੋਂ ਇਹਨੂੰ ਐਡੀ ਕਸਵੱਟੀ ਕਿਉਂ ਲਾਉਣੀ। ਨਹੀਂ, ਉਹ ਪ੍ਰੋਸੈਸ ਉਹੀ ਰਿਹਾ, ਚਾਹੇ ਉਹ ਸੇਵਕ ਸੀ, ਚਾਹੇ ਰਿਸ਼ਤੇਦਾਰ ਸੀ, ਚਾਹੇ ਪੁੱਤਰ ਸੀ। ਕਸਵੱਟੀ ਉਸੇ ਤਰ੍ਹਾਂ ਲੱਗੀ, ਜਿਹੜਾ ਉਹਦੇ 'ਚ ਪੂਰਾ ਉਤਰਿਆ ਉਸੇ ਨੂੰ ਤਖਤ ਮਿਲਿਆ, ਜਿਹੜਾ ਪੂਰਾ ਨਹੀਂ ਉਤਰਿਆ ਉਹਨੂੰ ਨਹੀਂ ਮਿਲਿਆ, ਭਾਵੇਂ ਪੋਤੀ ਕਿਉਂ ਨਾ ਹੋਵੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਸਰੀਰਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ ਗੁਰਤਾ ਗੱਦੀ ਦਾ ਫੈਸਲਾ ਕਰਨਾ ਹੈ, ਤਾਂ ਉੱਥੇ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਬੇ ਪਿਰਥੀ ਚੰਦ ਨੂੰ ਆਖਿਆ, ਕਸਵੱਟੀ ਇਹ ਲਾਈ, ਘਟਨਾ ਛੋਟੀ ਹੈ ਕਿ ਵੱਡੀ, ਉਹ ਇੱਕ ਅਲੱਗ ਚੀਜ਼ ਹੈ, ਲੇਕਿਨ ਕਾਰਨ ਉਹਦਾ ਕੀ ਹੈ, ਉਸ ਚੀਜ਼ ਨੂੰ ਸਮਝਣਾ। ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸਿਹਾਰੀ ਮੱਲ, ਉਹਦਾ ਅੱਗੋਂ ਜਿਹੜਾ ਆ ਬੱਚੇ ਦਾ ਵਿਆਹ ਸੀ, ਬੇਟੇ ਦਾ ਵਿਆਹ ਸੀ, ਤਾਂ ਉਹ ਕਹਿਣ ਵਾਸਤੇ ਆ ਗਿਆ ਜੀ ਤੁਸੀਂ ਚਲੋ, ਮਹਾਰਾਜ ਕਹਿੰਦੇ ਅਸੀਂ ਜਾਵਾਂਗੇ, ਉੱਥੇ ਸੰਗਤ ਜ਼ਿਆਦਾ ਇਕੱਤਰ ਹੋਏਗੀ, ਦਿੱਕਤ ਹੋਏਗੀ ਤੈਨੂੰ, ਤੇ ਨਾਲੇ ਇੱਥੇ ਸੰਗਤ ਦਰਸ਼ਨ ਕਰਨ ਆਉਂਦੀ, ਅਸੀਂ ਨਾ ਮਿਲੀਏ ਮੁਸ਼ਕਲ ਹੈ, ਫਿਰ ਆਪਣੇ ਕਿਸੇ ਪੁੱਤਰ ਨੂੰ ਭੇਜੋ ਜ਼ਰੂਰ। ਮਹਾਰਾਜ ਨੇ ਬਾਬੇ ਪਿਰਥੀ ਚੰਦ ਨੂੰ ਆਖਿਆ ਵੀ ਤੁਸੀਂ ਲਾਹੌਰ ਜਾਓ, ਨਾਲੇ ਇਹਨਾਂ ਨਾਲ ਕੰਮ ਕਾਜ ਕਰਾਉਣਾ। ਵਿਆਹਾਂ ਤੇ ਪਹਿਲਾਂ ਬੜੇ ਕੰਮ ਹੁੰਦੇ ਸਨ, ਲੋਕ ਰਿਸ਼ਤੇਦਾਰ ਭੈਣਾਂ ਭਰਾਵਾਂ ਨੂੰ ਬੁਲਾਉਂਦੇ ਔਰ ਉਹ ਹੱਥ ਵਟਾਉਂਦੇ ਸਨ। ਅੱਜ ਕੱਲ੍ਹ ਦਾ ਸਿਸਟਮ ਥੋੜ੍ਹਾ ਜਿਹਾ ਹੋ ਰਿਹਾ, ਹੁਣ ਤੇ ਅਗਲਾ ਕੋਟ ਪੈਂਟ ਪਾ ਕੇ ਜਾਂਦਾ, ਸੂਟਡ ਬੂਟਡ ਹੋ ਕੇ, ਤੂੰ ਆਂਦਾ ਜੇ ਰੁੜਨ ਡਿਆ ਤੇ ਇਹਨਾਂ ਦਾ ਰੁੜਨ ਡਿਆ, ਮੇਰਾ ਕੀ ਹੈ। ਉਹ ਹੱਥ ਲਾ ਕੇ ਕੋਈ ਨਾ ਲਵਾਉਂਦਾ, ਨਾ ਕੋਈ ਲਾ ਕੇ ਰਾਜੀ ਹੈ। ਪਹਿਲਾਂ ਲੋਕ ਇੱਕ ਦੂਸਰੇ ਨਾਲ ਇਹੋ ਜਿਹੇ ਸਮਿਆਂ 'ਤੇ ਹੱਥ ਪੜੱਥੀ ਪਾਉਂਦੇ, ਇੱਕ ਦੂਸਰੇ ਨਾਲ ਖਲੋਂਦੇ ਤੇ ਇਹ ਸੋਚਦੇ ਕਿ ਇਹਦੀ ਇੱਜ਼ਤ ਸਾਡੀ ਇੱਜ਼ਤ ਹੈ, ਇਸੇ ਕਰਕੇ ਹਰ ਕਾਰਜ ਵਿੱਚ ਬੰਦਾ ਨਾਲ ਹੋ ਕੇ ਕਾਰਜ ਕਰਾਉਂਦਾ। ਬਾਬੇ ਪਿਰਥੀ ਚੰਦ ਨੂੰ ਜਦੋਂ ਆਖਿਆ ਜਾਓ, ਕਹਿੰਦੇ ਜੀ ਮੈਂ ਤਾਂ ਨਹੀਂ ਜਾਣਾ, ਇੱਥੇ ਕੰਮ ਕਿਵੇਂ ਸਰੂ, ਮੇਰੇ ਤੋਂ ਬਗੈਰ ਇੱਥੇ ਤਾਂ ਹੋਣਾ ਹੀ ਕੁਛ ਨਹੀਂ। ਇਹ ਹਰ ਬੰਦੇ ਨੂੰ ਭੁਲੇਖਾ ਹੁੰਦਾ ਵੀ ਮੇਰੇ ਤੋਂ ਬਗੈਰ ਇੱਥੇ ਕੰਮ ਕਿਵੇਂ ਚੱਲੂ। ਪਰ ਇਹ ਦੁਨੀਆ ਜਦੋਂ ਤੋਂ ਬਣੀ ਹੈ, ਸਾਡੇ ਵਰਗੇ ਪਤਾ ਨਹੀਂ ਕਿੰਨੇ ਕਿ ਇੱਥੇ ਆਏ ਜਿਹੜੇ ਕਹਿੰਦੇ ਸੀ ਸਾਡੇ ਤੋਂ ਬਗੈਰ ਕੰਮ ਕਿਵੇਂ ਚੱਲੂ, ਔਰ ਉਹ ਚਲੇ ਗਏ। ਦੁਨੀਆ ਫਿਰ ਵੀ ਚੱਲ ਰਹੀ ਹੈ, ਅਸੀਂ ਵੀ ਚਲੇ ਜਾਣਾ ਹੈ, ਸੰਸਾਰ ਫਿਰ ਵੀ ਚੱਲਣਾ ਹੈ। ਹਾਏ ਮੇਰੇ ਤੋਂ ਬਾਅਦ ਮੇਰੇ ਟੱਬਰ ਦਾ ਕੀ ਬਣੂ, ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਕੀ ਬਣੂ,
ਉਹਨਾਂ ਦਾ ਜੋ ਬਣਨਾ ਉਹ ਤੇਰੇ ਹੁੰਦਿਆਂ ਵੀ ਬਣ ਜਾਣਾ, ਜੋ ਬਣਨਾ ਤੇਰੇ ਨਾ ਹੁੰਦਿਆਂ ਵੀ ਬਣ ਜਾਣਾ। ਇਹ ਜਿਹਨੂੰ ਭਰੋਸਾ ਆ ਗਿਆ, ਜਿਹਨੂੰ ਪ੍ਰਤੀਤ ਆ ਗਈ, ਫਿਰ ਉਹ ਇਹੋ ਜਿਹੇ ਫਿਕਰਾਂ ਵਿੱਚ ਨਹੀਂ ਪੈਂਦਾ। ਹੁਣ ਜਦੋਂ ਆਖਿਆ ਮੇਰੇ ਤੋਂ ਬਗੈਰ ਕੰਮ ਕਿਵੇਂ ਚੱਲੂ, ਮੈਂ ਤਾਂ ਨਹੀਂ ਜਾਂਦਾ। ਮਹਾਰਾਜ ਕਹਿੰਦੇ ਵੀ ਕੰਮ ਤੇ ਗੁਰੂ ਨਾਨਕ ਦਾ ਘਰ ਹੈ, ਇੱਥੇ ਚੱਲਦੇ ਹੀ ਨੇ, ਆਪਣੇ ਚਲਾਇਆ ਨਹੀਂ ਜੀ। ਗਰਮੀ ਫਿਰ ਕਹਿੰਦਾ ਉੱਥੇ ਬੜੀ ਹੈ। ਮਹਾਰਾਜ ਕਹਿੰਦੇ ਵੀ ਨਹੀਂ ਜੀ ਮੈਂ ਤਾਂ ਜਾਣਾ ਹੀ ਨਹੀਂ, ਖਰ ਜਵਾਬ ਦੇ ਦਿੱਤਾ। ਦੂਸਰੇ ਪੁੱਤਰ ਬਾਬਾ ਮਹਾਂਦੇਵ ਜੀ ਨੂੰ ਪੁੱਛਿਆ, ਆਂਦੇ ਜੀ ਮੇਰਾ ਤਾਂ ਸੰਸਾਰ ਨਾਲ ਸੰਬੰਧ ਹੀ ਕੋਈ ਨਹੀਂ, ਮੈਂ ਨਾ ਕਿਸੇ ਦੇ ਜਾਵਾਂ ਨਾ ਆਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਖਿਆ, ਉਹਨਾਂ ਹੱਥ ਜੋੜ ਕੇ ਆਖਿਆ, ਪਿਤਾ ਜੀ ਜੋ ਤੁਸੀਂ ਕਹੋ ਮੈਂ ਉਹੀ ਕਮਾਵਾਂ, ਜਿੱਥੇ ਭੇਜੋ ਉੱਥੇ ਹੀ ਜਾਵਾਂ, ਤੁਹਾਡੇ ਹੁਕਮ ਤੋਂ ਬਾਹਰੇ ਨਹੀਂ। ਮਹਾਰਾਜ ਨੇ ਤੋਰਿਆ ਤੇ ਆਖਿਆ ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਵਾਪਸ ਨਾ ਆਇਓ। ਹੁਕਮ ਮੰਨ ਕੇ ਮਾਤਾ ਭਾਨੀ ਜੀ ਹੁਣਾਂ ਤੋਂ ਅਸੀਸ ਲੈ ਕੇ ਤੁਰਨ ਲੱਗੇ। ਮਾਤਾ ਭਾਨੀ ਨੇ ਇੱਕ ਗੱਲ ਕਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਕਹਿੰਦੇ ਲਾਲ ਜੀ ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਦਾਤ ਲੈਣੀ ਹੈ ਨਾ, ਤੇ ਰਿਸ਼ਤੇਦਾਰੀ ਦਾ ਮਾਣ, ਧੀਆਂ ਪੁੱਤਰ ਹੋਣ ਦਾ ਮਾਣ ਛੱਡ ਕੇ ਆਗਿਆ ਵਿੱਚ ਚੱਲਣ ਵਾਲੇ ਨੂੰ ਦਾਤ ਮਿਲਦੀ ਹੈ। ਜਿਹੜਾ ਆਗਿਆ ਵਿੱਚ ਨਾ ਚੱਲਿਆ, ਹੁਕਮ ਵਿੱਚ ਨਾ ਚੱਲਿਆ, ਉਹ ਖਾਲੀ ਰਹਿ ਗਿਆ। ਤੇ ਬਚਨ ਕਮਾਇਓ, ਫਿਰ ਮਾਲਕ ਦੇ ਘਰੋਂ ਬਖਸ਼ਿਸ਼ ਹੁੰਦੀ ਹੈ। 7 ਬਚਨ ਕਹਿ ਕੇ ਤੁਰੇ, ਲਾਹੌਰ ਚਲੇ ਗਏ, ਵਿਆਹ ਦਾ ਕਾਰਜ ਕਰਾਇਆ, ਵੇਖਿਆ। ਫਿਰ ਆਪਣੇ ਪਿਤਾ ਗੁਰਦੇਵ ਗੁਰੂ ਰਾਮਦਾਸ ਜੀ ਦੇ ਸਥਾਨ ਚੂਨਾ ਮੰਡੀ ਉੱਥੇ ਨਿਵਾਸ ਕਰ ਲਿਆ। ਸਤ ਸੰਗਤ ਹੁੰਦੀ, ਹਿਰਦਾ ਉਮੜਿਆ ਗੁਰੂ ਨੂੰ ਮਿਲਣ ਵਾਸਤੇ, ਲੇਕਿਨ ਆਗਿਆ ਨਹੀਂ ਹੈ। ਇਹ ਹੈ ਕਿ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ। ਇੱਧਰ ਮਹਾਰਾਜ ਵੱਲ ਫਿਰ ਚਿੱਠੀਆਂ ਲਿਖੀਆਂ 3, ਜਿਹਦੇ ਵਿੱਚੋਂ 2 ਚਿੱਠੀਆਂ ਬਾਬੇ ਪ੍ਰਿਥੀ ਚੰਦ ਨੇ ਲੁਕੋ ਲਈਆਂ। ਉਹਨਾਂ ਨੂੰ ਇਹ ਸੀ ਵੀ ਇਹ ਨਾ ਆਉਣ ਉਹਨੇ ਚਿਰ ਨੂੰ ਪਿਤਾ ਗੁਰਦੇਵ ਇਹ ਚਲਾਣਾ ਕਰ ਜਾਣ ਤੇ ਮੈਂ ਤਖਤ ਤੇ ਬਹਿ ਜਾਵਾਂ। ਇਹੋ ਜਿਹੀਆਂ ਉਹਨਾਂ ਦੇ ਅੰਦਰ ਵਿਚਾਰਾਂ ਚੱਲਦੀਆਂ ਸਨ, ਕਿਉਂਕਿ ਉਹ ਗੁਰਤਾ ਗੱਦੀ ਨੂੰ ਇੱਕ ਜ਼ਿੰਮੇਵਾਰੀ ਨਹੀਂ, ਇੱਕ ਸੇਵਾ ਨਹੀਂ, ਉਹ ਐਸ਼ੋ ਇਸ਼ਰ ਦਾ ਸਾਧਨ ਸਮਝਦੇ ਸੀ ਬਾਬਾ ਪ੍ਰਿਥੀ ਚੰਦ ਜੀ। ਵੀ ਬਹਿ ਗਿਆ ਬਸ, ਮਾਇਆ ਆਏਗੀ ਤੇ ਉਡਾਵਾਂਗੇ, ਆ ਕੁਝ ਕਰਾਂਗੇ, ਲੇਕਿਨ ਉਹਨੂੰ ਜ਼ਿੰਮੇਵਾਰੀ ਨਹੀਂ ਸਨ ਸਮਝਦੇ। ਤੀਸਰੀ ਚਿੱਠੀ ਮਹਾਰਾਜ ਤੱਕ ਪਹੁੰਚ ਗਈ। ਸਾਹਿਬ ਕਹਿੰਦੇ ਵੀ ਇੱਥੇ ਨੰਬਰ 3 ਪਾਇਆ, 2 ਕਿੱਥੇ ਆ? ਬਾਬੇ ਪ੍ਰਿਥੀ ਚੰਦ ਨੂੰ ਪੁੱਛਿਆ, ਕਹਿੰਦਾ ਜੀ ਮੈਂ ਕਾਗਜ਼ ਦਾ ਕਰਨਾ ਸੀ, ਘਰੋਂ ਉਹਦੇ ਖੀਸੇ ਵਿੱਚੋਂ ਲੱਭ ਗਈਆਂ। ਫਿਰ ਮਹਾਰਾਜ ਨੇ ਬਾਬਾ ਬੁੱਢਾ ਜੀ ਹੋਣਾ ਨੂੰ, ਹੋਰ ਗੁਰਸਿੱਖਾਂ 5 ਗੁਰਸਿੱਖਾਂ ਨੂੰ ਭੇਜਿਆ ਲਾਹੌਰ, ਵੀ ਜਾਓ ਹੁਣ ਸਾਡੇ ਸਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੈ ਕੇ ਆਓ। ਉਹਨਾਂ ਨੂੰ ਉੱਥੋਂ ਲਿਆਂਦਾ ਗਿਆ ਤੇ ਮਹਾਰਾਜ ਜੀ ਨੇ ਬੜਾ ਪਿਆਰ ਕੀਤਾ, ਜਿਹਦਾ ਉਸ ਪੂਰੇ ਜਿਹੜਾ ਵਿਵਰਨ ਹੈ ਮਹਾਰਾਜ ਫਿਰ ਤਖਤ ਤੇ ਬਹਿ ਕੇ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਬਦ ਉਚਾਰਿਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਇਹ ਫਿਰ ਇਹ ਸ਼ਬਦ ਦੀ ਸਮਾਪਤੀ ਕੀਤੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ। ਜਦੋਂ ਆ ਗਏ ਉੱਥੇ, ਇੱਥੇ ਪ੍ਰਿਥੀ ਚੰਦ ਕਲੇਸ਼ ਨਾ ਕਰੇ। ਤਖਤ ਦਾ ਫੈਸਲਾ ਤਾਂ ਮਹਾਰਾਜ ਕਰ ਚੁੱਕੇ ਸਨ ਵੀ ਗੁਰਤਾ ਗੱਦੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੇਣੀ ਹੈ। ਇਹੀ ਹੁਕਮ ਵਿੱਚ ਚੱਲਣ ਵਾਲੇ ਨੇ, ਆਗਿਆ ਵਿੱਚ ਚੱਲਣ ਵਾਲੇ। ਆਖਿਆ ਕਿ ਚਲੋ ਗੋਇੰਦਵਾਲ ਸਾਹਿਬ ਚੱਲਦੇ। ਮਹਾਰਾਜ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਬਾਬਾ ਬੁੱਢਾ ਜੀ, ਹੋਰ ਕੁਝ ਗੁਰਸਿੱਖ ਗੋਇੰਦਵਾਲ ਸਾਹਿਬ ਆ ਗਏ। ਪ੍ਰਿਥੀ ਚੰਦ ਅੰਮ੍ਰਿਤਸਰ ਹੀ ਰਹਿ ਗਿਆ। ਜਦੋਂ ਉੱਥੇ ਆ ਗਏ, ਉੱਥੇ ਆ ਕੇ ਮਹਾਰਾਜ ਨੇ ਗੁਰਤਾ ਗੱਦੀ ਦੀ ਦਾਤ ਦੇ ਦਿੱਤੀ। ਤੇ ਜਿਵੇਂ ਅੱਜ ਆਏ, ਜਿਸ ਦਿਨ ਆਏ, ਇੱਕ ਰਾਤ ਵਿੱਚੋਂ ਗੁਜ਼ਰੀ ਹੈ, ਅਗਲੇ ਦਿਨ ਹੀ ਮਹਾਰਾਜ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ, ਸਰੀਰਕ ਝੋਲਾ ਤਿਆਗ ਦਿੱਤਾ। ਹੁਣ ਜਦੋਂ ਸਰੀਰਕ ਝੋਲਾ ਤਿਆਗਿਆ, ਇਹ 1581 ਈਸਵੀ ਸਨ ਦਾ ਸਮਾਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਉਮਰਾ ਉਸ ਵਕਤ ਸਰੀਰਕ ਆਰਬਲਾ ਜਿਹੜੀ ਹੈ ਉਹ 18 ਸਾਲ ਤੇ 4 ਮਹੀਨੇ ਸੀ। ਗੁਰੂ ਰਾਮਦਾਸ ਮਹਾਰਾਜ 1574 ਵਿੱਚ ਗੱਦੀ ਤੇ ਬੈਠੇ ਆ, ਤਖਤ ਤੇ ਬੈਠੇ ਆ, ਤੇ 1581 ਲਗਭਗ 7 ਸਾਲ ਦਾ ਸਮਾਂ ਬਣਦਾ, ਮਹਾਰਾਜ ਸਤਿਗੁਰਾਂ ਨੇ ਆਪਣਾ ਸਰੀਰਕ ਝੋਲਾ ਤਿਆਗ ਦਿੱਤਾ। ਬਾਬੇ ਪ੍ਰਿਥੀ ਚੰਦ ਨੂੰ ਪਤਾ ਲੱਗਾ, ਉਹਨੇ ਆ ਕੇ ਰੌਲਾ ਪਾਉਣ ਦਾ ਯਤਨ ਕੀਤਾ। ਕੋਈ ਚੁੱਕਿਆ ਚੁਕਾਇਆ ਸੀ ਇੱਧਰੋਂ ਉੱਧਰੋਂ ਵੀ ਚੱਲ ਤੂੰ ਹੁਣ ਧੱਕੇ ਨਾਲ ਵੱਲ ਛਲ ਕਰਕੇ ਇੱਕ ਰਾਂ ਗੱਦੀ ਲੈ ਲਾ, ਪੱਗ ਲੈ ਲਾ, ਤੈਨੂੰ ਮਿਲ ਗਈ, ਲੋਕ ਤੈਨੂੰ ਮੱਥਾ ਟੇਕਣਗੇ। ਉਹ ਵੀ ਆ ਗਿਆ। ਉਹਨੇ ਆ ਕੇ ਆਪਣੇ ਵੱਲੋਂ ਇਲਜ਼ਾਮ ਸਾਜ਼ੀ ਕੀਤੀ, ਇਲਜ਼ਾਮ ਤਰਾਸ਼ੀ ਕੀਤੀ ਵੀ ਤੁਸੀਂ ਪਿਤਾ ਗੁਰਦੇਵ ਨੂੰ ਤਖਤ ਲੈਣ ਲਈ ਐਡੀ ਛੇਤੀ ਕੀਤੀ, ਮਾਰ ਦਿੱਤਾ, ਕੁਝ ਕਰ ਦਿੱਤਾ, ਬੜੇ ਸ਼ਬਦ। ਪਰ ਇਹਦੇ ਕਿਉਂਕਿ ਪ੍ਰਿਥੀ ਚੰਦ ਦੇ ਨਾਨਕੇ ਵੀ ਇੱਥੇ ਹੀ ਸਨ,
ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹੋਣਾ ਦੇ, ਕਿਉਂਕਿ ਮਾਤਾ ਭਾਨੀ ਦਾ ਪੇਕਾ ਪਰਿਵਾਰ ਜਿਹੜਾ ਗੁਰੂ ਅਮਰਦਾਸ ਜੀ ਦਾ, ਬਾਬਾ ਮੋਹਰੀ ਜੀ ਹੋਣੀ, ਉਹ ਤਾਂ ਸਾਰੇ ਇੱਥੇ ਸਨ। ਉਹਨਾਂ ਵੀ ਪ੍ਰਿਥੀ ਚੰਦ ਨੂੰ ਆਖਿਆ ਕਿ ਕੁਝ ਅਕਲ ਨੂੰ ਹੱਥ ਮਾਰ, ਕਿਹੋ ਜਿਹੀਆਂ ਗੱਲਾਂ ਪਿਆ ਕਰਦਾ। ਇਹਦਾ ਫਿਰ ਭੱਟ ਸਾਹਿਬਾਨਾਂ ਨੇ ਜਿਹੜਾ ਹੈ ਉੱਤਰ ਲਿਖਿਆ। ਜਦੋਂ ਭੱਟ ਹਰਬੰਸ ਜੀ ਹੋਣਾ ਨੇ ਬਚਨ ਲਿਖੇ ਆ, ਉਹ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ। ਕਹਿੰਦੇ ਜਦੋਂ ਗੁਰੂ ਰਾਮਦਾਸ ਜੀ ਦੇਵਪੁਰੀ ਭਾਵਕ ਉਸ ਮਾਲਕ ਦੇ ਘਰ ਵਿੱਚ ਗਏ, ਪਰਮੇਸ਼ਰ ਨੂੰ ਬੜਾ ਚੰਗਾ ਲੱਗਾ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਣ ਦਿਓ ਸ੍ਰੀ ਗੁਰ ਤੈਂ ਬੈਠਾਇਓ। ਕਹਿੰਦੇ ਹਰੀ ਨੇ ਆਪਣਾ ਸਿੰਘਾਸਣ ਦੇਖ ਕੇ ਮਾਲਕ ਨੂੰ, ਗੁਰੂ ਰਾਮਦਾਸ ਜੀ ਨੂੰ ਉੱਥੇ ਬਿਠਾਇਆ। ਕਹਿੰਦੇ ਰਹਿਸ ਕੀਓ, ਰਹਸ ਖੁਸ਼ੀ ਹੋਈ ਉੱਥੇ, ਤੋਹੇ ਜਸ ਜੈ ਜੈ ਜੰਪੈ। ਰਹਿਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪੈ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ। ਕਹਿੰਦੇ ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਣ ਪਿਰਥਮੀ, ਗੁਰ ਅਰਜੁਨ ਕੋ ਦੇ ਆਇਓ। ਤੇ ਫਿਰ ਇਹ ਵੀ ਬਚਨ ਵਰਤੇ, ਹਰਬੰਸ ਜਗਤ ਜਸ ਸੰਚਰੋ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਕਹਿੰਦੇ ਕੌਣ ਕਹਿੰਦਾ ਹੈ ਕਿ ਗੁਰੂ ਮੋਇਆ ਹੈ? ਗੁਰੂ ਤਾਂ ਉਹਨਾਂ ਦੀ ਜੋਤ ਜਿਹੜੀ ਆ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਆਪ ਟਿਕਾ ਗਏ। ਆਪ ਕਿਰਪਾ ਕਰ ਦਿੱਤੀ, ਉਹਨਾਂ ਨੂੰ ਤਖਤ ਦੇ ਦਿੱਤਾ। ਔਰ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਸ ਪ੍ਰਕਾਰ ਉਹਨਾਂ ਨੇ ਆਪਣਾ ਸਰੀਰਕ ਚੋਲਾ ਜਿਹੜਾ ਸੀ ਉਹ ਸੰਕੋਚਿਆ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਆ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ। ਫਿਰ ਉੱਥੇ ਹੀ ਗੋਇੰਦਵਾਲ ਸਾਹਿਬ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਸਰੀਰ ਨੂੰ ਬਿਆਸਾ ਦੇ ਕੰਢੇ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੀ ਸਰੀਰਕ ਚੋਲਾ ਇੱਥੇ ਹੀ ਤਿਆਗਿਆ, ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਪਾਵਨ ਪਵਿੱਤਰ ਸਰੀਰ ਨੂੰ ਫਿਰ ਉੱਥੇ ਬਿਆਸਾ ਦੇ ਕੰਢੇ ਚਿਖਾ ਚਿਣ ਕੇ ਉਹਨਾਂ ਦੇ ਪਾਵਨ ਜਿਹੜਾ ਮੁਬਾਰਕ ਤਨ ਨੂੰ ਅਗਨ ਭੇਂਟ ਕੀਤਾ ਗਿਆ। ਤੇ ਇਹਦੇ ਤੋਂ ਬਾਅਦ ਜਦੋਂ ਫਿਰ ਦਸਤਾਰਬੰਦੀ ਦੀ ਬਾਤ ਆਈ, ਉੱਥੇ ਫਿਰ ਦੋ ਦਸਤਾਰਾਂ ਦੀ ਸਾਨੂੰ ਇਤਿਹਾਸ ਵਿੱਚ ਬਾਤ ਮਿਲਦੀ ਹੈ। ਕਿਉਂਕਿ ਇੱਕ ਦੁਨਿਆਵੀ ਤੌਰ ਤੇ ਦਸਤਾਰ ਹੁੰਦੀ ਆ, ਆਮ ਕਰਕੇ ਬਈ ਪਰਿਵਾਰ ਵਿੱਚ ਜੀ ਇਹ ਵੱਡਾ ਪੁੱਤਰ ਹੈ, ਇਹਨੂੰ ਮਿਲਣੀ ਆ, ਬਾਪ ਤੋਂ ਬਾਅਦ ਜ਼ਿੰਮੇਵਾਰੀ ਇਹ ਹੈ। ਇੱਕ ਸੀ ਰੂਹਾਨੀਅਤ ਜੋ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ, ਇੱਕ ਤਾਂ ਬਿੰਦੀ ਹੈ, ਉਹਦੇ ਵਿੱਚ ਉਹਨਾਂ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ, ਲੇਕਿਨ ਜਿਹੜੀ ਗੁਰਮਤਿ ਵਾਲੀ ਕੁੱਲ ਹੈ ਉਹਦੇ ਵਿੱਚ ਉਹਨਾਂ ਦੇ ਸੁਪੁੱਤਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ, ਉਹਨਾਂ ਨੂੰ ਉਹ ਤਖਤ ਮਿਲਿਆ, ਉਹਨਾਂ 'ਚ ਜੋਤ ਰੱਖੀ। ਹੁਣ ਉੱਥੇ ਇੱਕ ਦਸਤਾਰ, ਇਹ ਫੈਸਲਾ ਹੋਇਆ, ਜੋ ਬੰਸਾਵਲੀ ਨਾਮੇ ਦੇ ਕਰਤੇ ਨੇ ਲਿਖਿਆ ਕਿ ਮਰਨੇ ਦੀ ਪੱਗ ਪਿਰਥੀਏ ਬੱਧੀ, ਗੁਰਿਆਈ ਦੀ ਗੁਰ ਅਰਜਨ ਲੱਧੀ। ਕਹਿੰਦੇ ਜੋ ਸੰਸਾਰਕ ਤੌਰ ਤੇ ਦਸਤਾਰ ਦੇਣੀ ਸੀ ਉਹ ਬਾਬੇ ਪਿਰਥੀ ਚੰਦ ਨੂੰ ਦੇ ਦਿੱਤੀ ਵੀ ਇਹ ਵੱਡਾ ਪੁੱਤਰ, ਇਹਨੂੰ ਦੇ ਦਿਓ, ਲੇਕਿਨ ਗੁਰਤਾ ਗੱਦੀ ਦੀ ਦਸਤਾਰ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ। ਬਾਬੇ ਪਿਰਥੀ ਚੰਦ ਨੇ ਉਹ ਵੀ ਖੋਹਣ ਦਾ ਯਤਨ ਕੀਤਾ, ਲੇਕਿਨ ਬਾਬਾ ਬੁੱਢਾ ਜੀ ਨੇ ਇੱਕ ਗੱਲ ਕਹੀ, ਕਹਿੰਦੇ ਪਿਰਥੀ ਚੰਦ ਦਸਤਾਰਾਂ ਨਾਲ ਦਸਤਾਰ ਤੇ ਲੈ ਲਏਗਾ ਖੋਹ ਕਰਕੇ, ਲੇਕਿਨ ਗੁਰੂ ਦੀ ਬਖਸ਼ਿਸ਼ ਖੋਹਿਆਂ ਨਹੀਂ ਪ੍ਰਾਪਤ ਹੁੰਦੀ। ਨਾ ਬਲ ਲਾ ਕੇ, ਨਾ ਤਾਕਤ ਲਾ ਕੇ, ਨਾ ਜ਼ੋਰ ਨਾਲ, ਨਾ ਵੱਲ ਨਾਲ, ਨਾ ਛਲ ਨਾਲ। ਇਹ ਤਾਂ ਉਸ ਮਾਲਕ ਦੀ ਦਾਤ ਹੈ। ਦਿੱਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ, ਜੋਤ ਜਗਾਵੈ। ਅੱਗੇ ਕਹਿੰਦੇ ਫਿਰ ਆਈ ਘਰ ਅਰਜਣੇ, ਪੁੱਤ ਸੰਸਾਰੀ ਗੁਰੂ ਕਹਾਵੈ। ਕਹਿੰਦੇ ਜਾਣ ਨਾ ਦੇਸਾਂ ਸੋਢੀਆਂ, ਹੋਰਸ ਅਜਰ ਨਾ ਜਰਿਆ ਜਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਇਹ ਦਾਤ ਕਹਿੰਦੇ ਤਾਂ ਦਾਤ ਜੋਤ ਖਸਮੈ ਵਡਿਆਈ, ਇਹ ਤਾਂ ਖਸਮ ਦੀ ਦਿੱਤੀ ਵਡਿਆਈ, ਉਹਦੀ ਦਿੱਤੀ ਬਖਸ਼ਿਸ਼ ਹੈ, ਜਿਹਨੂੰ ਉਹ ਤਰੁੱਠ ਕੇ ਬਖਸ਼ ਦੇਵੇ, ਜਿਹਦੇ ਉੱਤੇ ਉਹ ਕਿਰਪਾ ਕਰ ਦੇਵੇ। ਤੋ ਧੰਨ ਗੁਰੂ ਰਾਮਦਾਸ ਮਹਾਰਾਜ
ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ। ਉਹ ਇਹ ਨਹੀਂ ਕਹਿੰਦੇ ਵੀ ਜਗਾਉਂਦੇ ਸਨ, ਇਹ ਨਹੀਂ ਕਹਿੰਦੇ ਸਰੀਰ ਕਰਕੇ ਸੰਸਾਰ ਤੇ ਨਾ ਕੋਈ ਰਿਹਾ ਨਾ ਰਹਿਣਾ ਕਿਸੇ, ਲੇਕਿਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ। ਕਹਿੰਦੇ ਉਹ ਤਾਂ ਸदैव ਹੈ, ਸਦਾ ਹੈ, ਹਰ ਵਕਤ ਰਹਿਣ ਵਾਲਾ ਹੈ। ਤੋ ਗੁਰੂ ਰਾਮਦਾਸ ਮਹਾਰਾਜ ਆਪਣੀ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵਿੱਚ ਟਿਕਾ ਕੇ ਸਤਿਗੁਰੂ ਦਾਤਾ ਜੀ ਨੇ ਆਪਣੇ ਸਰੀਰਕ ਚੋਲੇ ਦੀ ਖੇਡ ਨੂੰ ਇਸ ਤਰ੍ਹਾਂ ਸੰਕੋਚਿਆ। ਅਸੀਂ ਅੱਜ ਉਹਨਾਂ ਦੇ ਪਾਵਨ ਸਥਾਨ ਤੇ ਜਦੋਂ ਜਾਂਦੇ ਹਾਂ ਤੇ ਆਪ ਮੁਹਾਰੇ ਉਸ ਦਰ ਦੇ ਉਸ ਨਗਰੀ ਦੇ ਅੰਦਰ ਪ੍ਰਵੇਸ਼ ਕਰਦੇ ਹਾਂ, ਆਪ ਮੁਹਾਰੇ ਰਸਨਾ ਤੋਂ ਇਹ ਬੋਲ ਨਿਕਲਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਾਂ ਅਸੀਂ ਬਚਨ ਕਹਿੰਦੇ ਹਾਂ ਕਿ ਦਾਤਾ ਜੀ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਉਹਨਾਂ ਸਾਹਿਬਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਗੁਰੂ ਕਿਰਪਾ ਕਰੇ, ਗੁਰੂ ਦਾ ਦਿੱਤਾ ਸਿਧਾਂਤ ਜੀਵਨ ਜਾਚਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਔਰ ਅਸੀਂ ਗੁਰੂ ਦੇ ਹੁਕਮ ਚੱਲ ਕੇ ਉਸ ਦੀ ਖੁਸ਼ੀ ਦੇ ਪਾਤਰ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।